प्यारे बच्चों, मैं सरबजीत सिंह मावी, लेक्चरार राजनीति शास्त्र, सरकारी सीनियर सैकेंडरी स्कूल अटारी, जिला रूपनगर, अज आप जी नाल +1 11वीं क्लास का मौलिक अधिकार दे पाठ विचों मौलिक अधिकार ਅਤੇ ਉਹਨਾਂ ਦੇ ਉਦੇਸ਼ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਜਾ ਰਿਹਾ ਹਾਂ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾਕਾਰਾਂ ਨੇ ਮੌਲਿਕ ਅਧਿਕਾਰ ਸੰਵਿਧਾਨ ਦੇ 3 ਅਧਿਆਏ ਵਿੱਚ ਅਨੁਛੇਦ 14 ਤੋਂ ਲੈ ਕੇ 32 ਤੱਕ ਦਰਜ ਕੀਤੇ ਨੇ ਅਤੇ ਤੁਸੀਂ ਪਹਿਲਾਂ ਪੜ੍ਹਿਆ ਹੀ ਹੋਵੇਗਾ ਕਿ ਇਹ ਭਾਰਤੀ ਸੰਵਿਧਾਨ ਵਿੱਚ ਕੁੱਲ 6 ਮੌਲਿਕ ਅਧਿਕਾਰ ਸਾਨੂੰ ਦਰਜ ਨੇ ਜਾਂ ਦਿੱਤੇ ਗਏ ਨੇ। ਹੁਣ ਆਪਾਂ ਆਪਣੇ ਅਸਲੀ ਪਾਠ ਉਦੇਸ਼ਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੌਲਿਕ ਅਧਿਕਾਰਾਂ ਬਾਰੇ ਸੰਖੇਪ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ, ਤਾਂ ਕਿ ਸਾਨੂੰ ਇੱਕ ਤਾਂ ਆਪਾਂ ਪਿੱਛੋਂ ਜੋ ਪਾਠ ਪੜ੍ਹਿਆ ਹੈ ਉਹਦੇ ਨਾਲ ਅਟੈਚ ਹੋ ਜਾਵਾਂਗੇ ਅਤੇ ਇੱਕ ਥੋੜ੍ਹਾ ਜਿਹਾ ਸਾਡੀ ਦੁਹਰਾਈ ਵੀ ਹੋ ਜਾਵੇਗੀ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਸਾਡੇ ਸੰਵਿਧਾਨ ਵਿੱਚ 6 ਮੌਲਿਕ ਅਧਿਕਾਰ ਦਰਜ ਨੇ, ਜਿਨ੍ਹਾਂ ਵਿੱਚੋਂ ਪਹਿਲਾ ਹੈ ਸਮਾਨਤਾ ਦਾ ਅਧਿਕਾਰ, ਜਿਹੜਾ ਕਿ ਅਨੁਛੇਦ 14 ਤੋਂ ਲੈ ਕੇ 18 ਤੱਕ ਦਰਜ ਹੈ। ਦੂਜਾ ਹੈ ਸੁਤੰਤਰਤਾ ਦਾ ਅਧਿਕਾਰ, ਜਿਹੜਾ ਕਿ ਅਨੁਛੇਦ 19 ਤੋਂ ਲੈ ਕੇ 22 ਤੱਕ ਦਰਜ ਹੈ। ਤੀਸਰਾ ਹੈ ਸ਼ੋਸ਼ਣ ਵਿਰੁੱਧ ਅਧਿਕਾਰ, ਜਿਹੜਾ ਕਿ ਅਨੁਛੇਦ 23 ਤੋਂ ਲੈ ਕੇ 24 ਤੱਕ ਦਰਜ ਹੈ। ਚੌਥਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਜਿਹੜਾ ਕਿ ਅਨੁਛੇਦ 25 ਤੋਂ ਲੈ ਕੇ 28 ਤੱਕ ਦਰਜ ਹੈ। ਅਤੇ ਪੰਜਵਾਂ ਸੱਭਿਆਚਾਰਕ ਅਤੇ ਗਤੀਵਿਧੀ ਅਧਿਕਾਰ ਜਾਂ ਸਿੱਖਿਆ ਸੰਬੰਧੀ ਅਧਿਕਾਰ ਵੀ ਆਪਾਂ ਕਹਿ ਸਕਦੇ ਹਾਂ, ਵਿਦਿਅਕ ਅਧਿਕਾਰ। ਇਹ 29 ਤੋਂ ਲੈ ਕੇ 30 ਅਨੁਛੇਦ ਵਿੱਚ ਦਰਜ ਨੇ। ਅਤੇ ਅਖੀਰ ਵਿੱਚ ਇਹਨਾਂ ਉੱਪਰਲੇ ਸਾਰੇ ਮੌਲਿਕ ਅਧਿਕਾਰਾਂ ਦੀ ਰੂਹ ਵੀ ਆਪਾਂ ਕਹਿ ਸਕਦੇ ਨੇ, ਜਿਹੜੇ ਕਿ ਇਹਨਾਂ ਦੇ ਵਿੱਚੋਂ ਜੇ ਆਪਾਂ 6 ਦੇ ਵਿੱਚੋਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਸ਼ਾਇਦ ਉੱਪਰਲੇ 5 ਆਪਣੇ ਜਿਹੜੀ ਆ ਅਸਲੀ ਉਦੇਸ਼ ਆ ਉਹ ਪੂਰਾ ਨਾ ਕਰ ਸਕਣ। ਉਹ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਜਿਹੜਾ ਕਿ ਅਧਿਆਏ 32 ਦੇ ਵਿੱਚ ਦਰਜ ਹੈ। ਹੁਣ ਆਪਾਂ ਇੱਕ ਇੱਕ ਕਰਕੇ ਛੋਟਾ ਜਿਹਾ ਇਹਨਾਂ ਬਾਰੇ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਜਿਵੇਂ ਕਿ ਪਹਿਲਾ ਹੈ ਸਮਾਨਤਾ ਦਾ ਅਧਿਕਾਰ। ਇਹ ਅਨੁਛੇਦ 14 ਤੋਂ ਲੈ ਕੇ 18 ਤੱਕ ਬੱਚਿਓ ਦਰਜ ਹੈ। ਜਿਵੇਂ ਕਿ ਅਨੁਛੇਦ 14 ਦੇ ਵਿੱਚ ਕਾਨੂੰਨ ਦੇ ਸਾਹਮਣੇ ਸਮਾਨਤਾ ਅਨੁਛੇਦ 14 ਦੇ ਅਧੀਨ ਸਾਨੂੰ ਮਿਲੀ ਹੋਈ ਹੈ। ਅਨੁਛੇਦ 15 ਸਾਨੂੰ ਹਰ ਕਿਸਮ ਦੇ ਵਿਤਕਰੇ ਦੀ ਮਨਾਹੀ ਕਰਵਾਉਂਦਾ ਹੈ। ਭਾਵ ਅਨੁਛੇਦ 15 ਦੇ ਤਹਿਤ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ ਧਰਮ, ਜਾਤ, ਲਿੰਗ ਦੇ ਆਧਾਰ ਦੇ ਉੱਤੇ। ਅਨੁਛੇਦ 16 ਜਿਹੜਾ ਹੈ ਅਫਸਰਾਂ ਦੀ ਸਾਨੂੰ ਸਮਾਨਤਾ ਕਰਾਉਂਦਾ ਹੈ, ਓਪਰਚੁਨਿਟੀਜ਼ ਮੌਕਿਆਂ ਦੀ ਸਮਾਨਤਾ ਕਰਾਉਂਦਾ ਹੈ। ਅਤੇ ਅਨੁਛੇਦ 17 ਜਿਹੜਾ ਹੈ ਛੂਤ ਛਾਤ ਦਾ ਖਾਤਮਾ ਕਰਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪੁਰਾਣੇ ਸਮੇਂ ਦੇ ਵਿੱਚ ਛੂਤ ਛਾਤ ਜਿਹੜੀ ਸੀ ਸਾਡੇ ਸਮਾਜ ਦੀ ਬਹੁਤ ਹੀ ਵੱਡੀ ਬੁਰਾਈ ਸੀ। ਬਹੁਤ ਲੰਬੇ ਸਮੇਂ ਤੋਂ ਜਿਹੜਾ ਸੀ ਇਹ ਸਾਡੇ ਸਮਾਜ ਦਾ ਇੱਕ ਬੁਰਾਈ ਬਣੀ ਹੋਈ ਸੀ, ਜਿਹਦਾ ਕਿ ਸਾਡੇ ਸੰਵਿਧਾਨ ਬਣਾਉਣ ਵਾਲਿਆਂ ਨੇ ਅਨੁਛੇਦ 17 ਦੇ ਤਹਿਤ ਇਸ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਹੱਦ ਤੱਕ ਉਹ ਕਾਮਯਾਬ ਵੀ ਰਹੇ ਨੇ। ਇਸ ਦੇ ਤਹਿਤ ਹੀ ਅਨੁਛੇਦ 18 ਦੇ ਵਿੱਚ ਉਪਾਧੀਆਂ ਦਾ ਖਾਤਮਾ ਕੀਤਾ ਗਿਆ ਹੈ।
ਜਿਵੇਂ ਅੰਗਰੇਜ਼ ਸੀ ਉਹ ਆਪਣੇ ਪਿੱਠੂਆਂ ਨੂੰ ਕੁਝ ਖਾਸ ਕਿਸਮ ਦੀਆਂ ਉਪਾਧੀਆਂ ਦੇ ਦਿੰਦੇ ਸੀ, ਅਤੇ ਜਿਵੇਂ ਜੈਲਦਾਰ ਵਗੈਰਾ ਹੋ ਗਏ, ਉਹਨਾਂ ਦਾ ਖਾਤਮਾ ਕੀਤਾ ਗਿਆ। ਸਰਕਾਰ ਕਿਸੇ ਵੀ ਕਿਸਮ ਦੀ ਕੋਈ ਉਪਾਧੀ ਨਹੀਂ ਦੇ ਸਕਦੀ, ਸਿਰਫ ਸਿੱਖਿਆ ਅਤੇ ਸੈਨਿਕ ਉਪਾਧੀਆਂ ਨੂੰ ਛੱਡ ਕੇ। ਇਸ ਤੋਂ ਅੱਗੇ ਬੱਚਿਓ, ਦੂਸਰਾ ਸਾਡਾ ਮੌਲਿਕ ਅਧਿਕਾਰ ਹੈ ਸੁਤੰਤਰਤਾ ਦਾ ਅਧਿਕਾਰ। ਇਸ ਦਾ ਵਰਣਨ 19 ਤੋਂ ਲੈ ਕੇ ਅਨੁਛੇਦ 22 ਤੱਕ ਕੀਤਾ ਗਿਆ ਹੈ। ਇਸ ਵਿੱਚ 19ਵੇਂ ਅਨੁਛੇਦ ਦੇ ਵਿੱਚ ਸਾਡੇ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ। 19 ਦੇ ਵਿੱਚ ਹੀ ਸ਼ਾਂਤੀਪੂਰਵਕ ਅਤੇ ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ, ਅਤੇ ਅਨੁਛੇਦ 19 ਦੇ ਅਧੀਨ ਹੀ ਸਾਨੂੰ ਸੰਘ ਜਾਂ ਸਮੁਦਾਇ ਬਣਾਉਣ ਦੀ ਸੁਤੰਤਰਤਾ ਵੀ ਮਿਲੀ ਹੋਈ ਹੈ, ਅਤੇ ਘੁੰਮਣ ਫਿਰਨ ਦੀ ਸੁਤੰਤਰਤਾ ਅਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ ਵੀ ਸਾਨੂੰ ਅਨੁਛੇਦ 19 ਦੇ ਅਧੀਨ ਹੀ ਮਿਲੀ ਹੋਈ ਹੈ, ਅਤੇ 19 ਦੇ ਅਧੀਨ ਹੀ ਕੋਈ ਵੀ ਕਿੱਤਾ ਪੇਸ਼ਾ ਭਾਵ ਕਿਸੇ ਵੀ ਕਿਸਮ ਦਾ ਆਪਾਂ ਕਾਰੋਬਾਰ ਜਾਂ ਨੌਕਰੀ ਆਪਾਂ ਕਰ ਸਕਦੇ ਹਾਂ। ਇਹ ਵੀ ਸਾਨੂੰ ਅਨੁਛੇਦ 19 ਦੇ ਅਧੀਨ ਹੀ ਮਿਲੀ ਹੋਈ ਹੈ। ਇਸ ਤਰ੍ਹਾਂ ਹੀ ਅਨੁਛੇਦ 20 ਦੇ ਅਧੀਨ ਸਾਨੂੰ ਗੁਨਾਹ ਦੀ ਦੋਸ਼ ਸਿੱਧੀ ਦੇ ਵਿਸ਼ੇ ਵਿੱਚ ਸੁਰੱਖਿਆ ਵੀ ਸਾਨੂੰ ਇਹ ਮਿਲੀ ਹੋਈ ਹੈ। ਗੁਨਾਹ ਭਾਵ ਜੇ ਕੋਈ ਜੁਰਮ ਹੋ ਜਾਂਦਾ ਆ, ਜਿਵੇਂ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ 'ਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਹੜਾ ਕਿ ਜਦੋਂ ਉਸਨੇ ਜੁਰਮ ਕੀਤਾ ਸੀ ਉਹ ਕਾਨੂੰਨ ਬਣਿਆ ਹੀ ਨਾ ਹੋਵੇ, ਜਾਂ ਇੱਕੋ ਜੁਰਮ ਕਰਨ ਦੇ ਵਿੱਚ ਉਸਨੂੰ 2 ਵਾਰੀ ਸਜ਼ਾ ਨਹੀਂ ਮਿਲ ਸਕਦੀ। ਭਾਵ ਜੇ ਉਸਨੇ ਜੁਰਮ ਕੀਤਾ ਉਸਨੂੰ ਸਜ਼ਾ ਇੱਕ ਵਾਰੀ ਹੀ ਮਿਲੇਗੀ, ਜਾਂ ਉਸਨੂੰ ਆਪਣੇ ਕਿਸੇ ਵੀ ਵਿਅਕਤੀ ਨੂੰ ਜਾਂ ਮੁਜਰਮ ਨੂੰ ਉਸ ਦੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਅਨੁਛੇਦ 21 ਦੇ ਵਿੱਚ ਵਿਅਕਤੀਗਤ ਸੁਤੰਤਰਤਾ ਅਤੇ ਜੀਵਨ ਦੀ ਸੁਰੱਖਿਆ ਦਾ ਅਧਿਕਾਰ ਵੀ ਸਾਨੂੰ ਮਿਲਿਆ ਹੋਇਆ ਹੈ, ਅਤੇ ਇਸੇ ਤਰ੍ਹਾਂ ਹੀ ਅਨੁਛੇਦ 22 ਦੇ ਵਿੱਚ ਕੈਦੀਆਂ ਦੇ ਅਧਿਕਾਰਾਂ ਦੇ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ, ਕਿਉਂਕਿ ਕੈਦੀ ਨੇ ਪਰ ਉਹ ਹੈ ਤਾਂ ਸਾਡੇ ਦੇਸ਼ ਦੇ ਸਿਟੀਜ਼ਨ, ਇਸ ਕਰਕੇ ਉਹ ਵੀ ਕੁਝ ਮੌਲਿਕ ਅਧਿਕਾਰ ਰੱਖਦੇ ਨੇ। ਇਸ ਤੋਂ ਬਾਅਦ ਬੱਚਿਓ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਜਿਹੜੇ ਕਿ ਧਾਰਾ 23 ਅਤੇ 24 ਦੇ ਵਿੱਚ ਦਰਜ ਨੇ। ਅਨੁਛੇਦ 23 ਦੇ ਵਿੱਚ ਜਿਹੜਾ ਹੈ ਮਨੁੱਖੀ ਵਪਾਰ ਅਤੇ ਉਹਨਾਂ ਦੇ ਸ਼ੋਸ਼ਣ 'ਤੇ ਪਾਬੰਦੀ ਲਗਾਈ ਗਈ ਹੈ। ਜਿਵੇਂ ਕਿ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੀ ਹੋਵੋਗੇ ਕਿ ਪੁਰਾਣੇ ਸਮੇਂ ਵਿੱਚ ਗੁਲਾਮ ਬਣਾ ਲਏ ਜਾਂਦੇ ਸੀਗੇ, ਮਨੁੱਖਾਂ ਨੂੰ ਅੱਗੇ ਗੁਲਾਮ ਬਣਾ ਕੇ ਕੈਦ ਕਰਕੇ ਰਾਜੇ ਅੱਗੇ ਵੇਚ ਦਿੰਦੇ ਸੀ, ਅਤੇ ਉਹਨਾਂ ਕੋਲੋਂ ਗੈਰ ਮਨੁੱਖੀ ਕੰਮ ਕਰਵਾਏ ਜਾਂਦੇ ਸੀ। ਅਤੇ ਧਾਰਾ 23 ਦੇ ਤਹਿਤ ਭਾਰਤ ਦੇ ਸੰਵਿਧਾਨ ਬਣਾਉਣ ਵਾਲਿਆਂ ਨੇ ਮਨੁੱਖੀ ਵਪਾਰ ਅਤੇ ਉਹਨਾਂ ਦੇ ਸ਼ੋਸ਼ਣ 'ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ, ਅਤੇ ਬੇਗੈਰ ਲੈਣ ਦੇ ਪਾਬੰਦੀ ਵੀ ਬੇਗਾਰ ਜਿਹੜੀ ਸੀ ਉਹ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਅਨੁਛੇਦ 23 ਦੇ ਤਹਿਤ ਹੀ। ਬੇਗਾਰ ਬਾਰੇ ਤਾਂ ਬੱਚੇ ਤੁਹਾਨੂੰ ਪਤਾ ਹੀ ਹੋਏਗਾ। ਬੇਗਾਰ ਕੀ ਚੀਜ਼ ਸੀ? ਬੇਗਾਰ ਉਹ ਚੀਜ਼ ਸੀ ਕਿ ਕਿਸੇ ਕੋਲੋਂ ਕੰਮ ਕਰਵਾਈ ਜਾਣਾ ਪਰ ਉਸ ਦੇ ਬਦਲੇ ਵਿੱਚ ਉਸ ਨੂੰ ਉਸ ਦੀ ਬਣਦੀ ਮਜ਼ਦੂਰੀ ਨਾ ਦੇਣੀ। ਠੀਕ ਹੈ, ਇਹ ਬੇਗਾਰ ਹੈ, ਅਤੇ ਜਿਹਦੇ ਉੱਤੇ ਵੀ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਹੈ। ਉਸ ਤੋਂ ਬਾਅਦ ਅਨੁਛੇਦ 24 ਵਿੱਚ ਜਿਹੜੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਦੇ ਵਿੱਚ ਕਾਰਖਾਨਿਆਂ ਆਦਿ ਵਿੱਚ ਜਾਂ ਘਰਾਂ ਵਿੱਚ ਕਿਤੇ ਵੀ ਕੰਮ ਕਰਨ ਦੇ ਉਹਨਾਂ ਕੋਲੋਂ ਕੰਮ ਲੈਣ ਦੀ ਮਨਾਹੀ ਕੀਤੀ ਗਈ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ। ਇਸ ਤੋਂ ਅੱਗੇ ਬੱਚਿਓ ਚੌਥਾ ਹੈ ਧਾਰਮਿਕ ਜਾਂ ਧਰਮ ਦੀ ਸੁਤੰਤਰਤਾ ਦਾ ਅਧਿਕਾਰ। ਇਸ ਦਾ ਵਰਣਨ ਅਨੁਛੇਦ 25 ਤੋਂ ਲੈ ਕੇ 28 ਤੱਕ ਕੀਤਾ ਗਿਆ ਹੈ। ਇਸ ਦੇ ਵਿੱਚ ਧਾਰਾ 25 ਦੇ ਵਿੱਚ ਸਾਨੂੰ ਆਜ਼ਾਦੀ ਦਿੱਤੀ ਗਈ ਹੈ ਕਿ ਅਸੀਂ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ। ਜਿਹੜਾ ਵੀ ਸਾਨੂੰ ਧਰਮ ਚੰਗਾ ਲੱਗਦਾ ਹੈ ਅਸੀਂ ਉਸ ਨੂੰ ਅਪਣਾ ਵੀ ਸਕਦੇ ਹਾਂ, ਉਸ ਨੂੰ ਮੰਨ ਵੀ ਸਕਦੇ ਹਾਂ। ਇਹ ਨਹੀਂ ਹੈ ਵੀ ਜੇ ਸਾਡਾ ਜਨਮ ਕਿਸੇ ਇੱਕ ਧਰਮ ਵਿੱਚ ਹੋ ਗਿਆ ਤਾਂ ਅਸੀਂ ਕਿਸੇ 2 ਧਰਮ ਬਦਲੇ ਹੀ ਨਹੀਂ ਸਕਦੇ। ਨਹੀਂ, ਧਾਰਾ ਜਿਹੜੀ 25 ਹੈ ਇਹ ਸਾਨੂੰ ਇਜਾਜ਼ਤ ਦਿੰਦੀ ਹੈ ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ। ਧਾਰਾ 26 ਬੱਚਿਓ ਧਾਰਮਿਕ ਸੰਸਥਾਵਾਂ ਸਥਾਪਿਤ ਕਰਨ ਲਈ ਸਾਨੂੰ ਆਜ਼ਾਦੀ ਦਿੰਦੀ ਹੈ। ਸਾਨੂੰ ਜਿਵੇਂ ਮੰਦਰ, ਮਸਜਿਦ, ਗੁਰਦੁਆਰੇ, ਮੰਦਰ ਜੋ ਵੀ ਹੈ ਅਸੀਂ ਧਾਰਮਿਕ ਸੰਸਥਾਵਾਂ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੰਸਥਾਵਾਂ ਸਾਨੂੰ ਸਥਾਪਿਤ ਕਰਨ ਦੀ ਧਾਰਾ 26 ਦੇ ਤਹਿਤ ਸਾਨੂੰ ਆਜ਼ਾਦੀ ਮਿਲੀ ਹੋਈ ਹੈ।
अगे धारा 27 आ गई बच्चों। धारा 27 जिहड़ी है धार्मिक संस्थावां वाली टैक्स देण जां ना देण दी आज़ादी बारे गलबात करदी है। भाव जिहड़ी धार्मिक संस्थावां नूं आमदन हुंदी है उहदे विचों सरकारां नूं टैक्स देना चाहुंदे ने जां टैक्स नहीं देना चाहुंदे, ये सारा कुछ सरकार ने धार्मिक संस्थावां दे उपर ही छड्ड दिता है। उस तो बाद बच्चों धारा 28 आ गई। धारा 28 है जिहड़ी उस विच सरकारी ਅਤੇ ਮਾਨਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਵਿੱਚ ਹੋਣ ਵਾਲੇ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਉਹਨਾਂ ਵਿੱਚ ਸ਼ਾਮਲ ਹੋਣਾ ਜਾਂ ਨਾ ਹੋਣਾ ਸਾਡੀ ਆਪਣੀ ਇੱਛਾ ਦੇ ਉੱਤੇ ਨਿਰਭਰ ਹੈ। ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ ਵਿੱਚ ਜਿਹੜੇ ਸਮਾਗਮ ਧਾਰਮਿਕ ਸਮਾਗਮ ਹੁੰਦੇ ਆ ਉਹਨਾਂ 'ਚ ਜਾ ਸਕਦੇ ਹਾਂ। ਜੇ ਸਾਡੀ ਇੱਛਾ ਨਾ ਹੋਵੇ ਤਾਂ ਸਾਨੂੰ ਉੱਥੇ ਜਾਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਧਾਰਾ 28 ਸਾਨੂੰ ਆਜ਼ਾਦੀ ਦਿੰਦੀ ਹੈ। ਇਸ ਤੋਂ ਅੱਗੇ ਬੱਚਿਓ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਆ ਗਏ। ਇਹਨਾਂ ਦਾ ਵਰਣਨ ਜਿਵੇਂ ਪਹਿਲੇ ਤੁਸੀਂ ਪੜ੍ਹਿਆ ਹੀ ਹੈ। ਅਨੁਛੇਦ 29 ਤੋਂ 30 ਤੱਕ ਦਰਜ ਹੈ। ਅਨੁਛੇਦ 29 ਜਿਹੜੀ ਹੈ ਇਹ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਭਾਰਤ ਵਿੱਚ ਬਹੁਤ ਧਰਮ, ਬਹੁਤ ਕੌਮੀ, ਬਹੁਤ ਭਾਸ਼ੀ ਦੇਸ਼ ਹੈ। ਇਸ ਵਿੱਚ ਬਹੁਤ ਸਾਰੀਆਂ ਘੱਟ ਗਿਣਤੀਆਂ ਰਹਿੰਦੀਆਂ ਨੇ ਜਿਨ੍ਹਾਂ ਦੀ ਆਪਣੀ ਭਾਸ਼ਾ ਆ, ਆਪਣੀ ਲਿਪੀ ਆ, ਆਪਣੀ ਸੰਸਕ੍ਰਿਤੀ ਹੈ ਅਤੇ ਉਹਨਾਂ ਦੀ ਰਾਖੀ ਦੇ ਲਈ ਭਾਰਤ ਦੀ ਸਰਕਾਰ ਜਿਹੜੀ ਆ ਧਾਰਾ 29 ਦੇ ਤਹਿਤ ਉਹਨਾਂ ਨੂੰ ਸੁਰੱਖਿਆ ਦਿੰਦੀ ਹੈ ਤਾਂ ਕਿ ਉਹਨਾਂ ਦੀ ਭਾਸ਼ਾ, ਲਿਪੀ, ਸੰਸਕ੍ਰਿਤੀ ਜਿਹੜੀ ਹੈ ਉਹ ਸੁਰੱਖਿਅਤ ਰਹਿ ਸਕੇ। ਇਸ ਤੋਂ ਇਲਾਵਾ ਉਸ ਤੋਂ ਬਾਅਦ ਧਾਰਾ 30 ਆ ਜਾਂਦੀ ਹੈ ਬੱਚਿਓ। ਧਾਰਾ 30 ਜਿਹੜੀ ਹੈ ਘੱਟ ਗਿਣਤੀ ਵਰਗ ਦੇ ਜਿਹੜੇ ਲੋਕੀ ਆ ਉਹਨਾਂ ਨੂੰ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਖੁੱਲ੍ਹ ਦਿੰਦੀ ਹੈ। ਭਾਵ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਨੇ। ਜਿਵੇਂ ਤੁਸੀਂ ਦੇਖਿਆ ਹੈ ਕ੍ਰਿਸਚਨ ਸਕੂਲ ਬਣੇ ਹੋਏ ਨੇ, ਖਾਲਸਾ ਸਕੂਲ ਬਣੇ ਹੋਏ ਨੇ। ਇਹ ਸਾਰੇ ਜਿਹੜੇ ਆ ਕਿਸ ਤਹਿਤ ਖੋਲ੍ਹੇ ਗਏ ਨੇ? ਧਾਰਾ 30 ਦੇ ਤਹਿਤ ਖੋਲ੍ਹੇ ਗਏ ਨੇ। ਜਿਹੜੇ ਘੱਟ ਗਿਣਤੀ ਵਰਗ ਦੇ ਲੋਕੀ ਆ ਉਹ ਆਪਣੀਆਂ ਲੋਕਾਂ ਦੇ ਲਈ ਜਾਂ ਬਾਕੀਆਂ ਦੇ ਲਈ ਵੀ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਨੇ। ਉਸ ਤੋਂ ਬੱਚਿਓ ਅੱਗੇ ਸੰਵਿਧਾਨਕ ਉਪਰਾਲਿਆਂ ਦਾ ਅਧਿਕਾਰ ਜਾਂ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਆ ਜਾਂਦਾ ਆ ਜਿਹੜਾ ਕਿ ਅਨੁਛੇਦ 32 ਦੇ ਵਿੱਚ ਹੈ। ਜਿਹੜਾ ਕਿ ਉੱਪਰ ਆਪਾਂ ਪਹਿਲੇ ਵੀ ਡਿਸਕਸ ਕੀਤਾ ਹੈ ਕਿ ਇਸ ਅਧਿਕਾਰ ਦੇ ਤਹਿਤ ਜੇ ਲੋਕਾਂ ਨੂੰ ਲੱਗੇ ਜਾਂ ਕਿਸੇ ਸੰਸਥਾ ਨੂੰ ਲੱਗੇ ਜਾਂ ਕਿਸੇ ਦੇ ਨਾਲ ਕਿਸੇ ਸਰਕਾਰ ਦੁਆਰਾ ਜਾਂ ਸਰਕਾਰੀ ਸੰਸਥਾ ਦੇ ਦੁਆਰਾ ਜਾਂ ਕਿਸੇ ਪ੍ਰਾਈਵੇਟ ਸੰਸਥਾ ਦੁਆਰਾ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਅਸੀਂ ਅਦਾਲਤ ਦਾ ਸਹਾਰਾ ਲੈ ਸਕਦੇ ਹਾਂ। ਅਤੇ ਬੇਟੇ ਅਦਾਲਤ ਜਿਹੜੀ ਹੈ ਉਹ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਸਰਕਾਰਾਂ ਨੂੰ ਕੁਝ ਆਦੇਸ਼ ਜਾਰੀ ਕਰ ਸਕਦੀ ਹੈ ਜਿਨ੍ਹਾਂ ਵਿੱਚੋਂ ਬੰਦੀ ਪ੍ਰਤੀਕਰਨ ਲੇਖ ਹੈ। ਬੜਾ ਇੰਪੋਰਟੈਂਟ ਲੇਖ ਹੈ ਜਿਹਨੂੰ ਆਪਾਂ ਤੁਸੀਂ ਹੈਬੀਅਸ ਕਾਰਪਸ ਜਿਹੜਾ ਹੈ ਇਹਦੇ ਨਾਂ ਤਹਿਤ ਵੀ ਇਸ ਨੂੰ ਸੁਣਿਆ ਹੋਵੇਗਾ। ਉਸ ਤੋਂ ਬਾਅਦ ਬੱਚਿਓ ਹੈਬੀਅਸ ਕਾਰਪਸ ਤੋਂ ਬਾਅਦ ਜਿਹੜਾ ਹੈ ਫਰਮਾਨ ਲੇਖ ਆ ਜਾਂਦਾ ਜਿਹੜਾ ਇਹ ਸਰਕਾਰ ਨੂੰ ਕਹਿੰਦਾ ਵੀ ਅਸੀਂ ਹੁਕਮ ਦਿੰਦੇ ਹਾਂ। ਭਾਵ ਸਰਕਾਰ ਜਿਹੜੀ ਹੈ ਅਦਾਲਤ ਜਿਹੜੀ ਹੈ ਸਰਕਾਰ ਨੂੰ ਹੁਕਮ ਦਿੰਦੀ ਹੈ। ਉਸ ਤੋਂ ਬਾਅਦ ਮਨਾਹੀ ਦਾ ਹੁਕਮ ਆ ਜਾਂਦਾ ਬੱਚਿਓ, ਸਰਕਾਰ ਨੂੰ ਕਿਸੇ ਕੰਮ ਕਰਨ ਤੋਂ ਰੋਕਣਾ ਜਾਂ ਮਨਾਹੀ ਕਰਨੀ। ਉਸ ਤੋਂ ਬਾਅਦ ਬੱਚਿਓ ਅਧਿਕਾਰਾਂ ਦੀ ਸੂਚਨਾ ਪ੍ਰਾਪਤ ਕਰਨ ਦਾ ਲੇਖ ਆ ਜਾਂਦਾ ਹੈ। ਭਾਵ ਜੇ ਸਰਕਾਰ ਨੇ ਕੋਈ ਕੰਮ ਕੀਤਾ ਤਾਂ ਉਹ ਕਿਉਂ ਕੀਤਾ ਆ ਸਾਨੂੰ ਸੂਚਿਤ ਕਰੋ। ਅੱਗੇ ਸੂਚਨਾ ਪ੍ਰਾਪਤ ਕਰਨ ਦਾ ਲੇਖ ਆ ਜਾਂਦਾ ਹੈ। ਇਹ ਜਿਹੜੀਆਂ 5 ਨੇ ਇਹ ਅਦਾਲਤਾਂ ਸਰਕਾਰ ਕੋਲੋਂ ਇਹਨਾਂ ਦੇ ਰਾਹੀਂ ਜਿਹੜਾ ਹੈ ਸਰਕਾਰ ਦੇ ਉੱਤੇ ਆਪਣਾ ਸ਼ਿਕੰਜਾ ਕਸੀ ਰੱਖਦੀਆਂ ਨੇ। ਭਾਵ ਉਹਨਾਂ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਤੋਂ ਕਰਨ ਤੋਂ ਰੋਕਦੀਆਂ ਨੇ। ਇਸ ਤੋਂ ਬਾਅਦ ਬੱਚਿਓ ਆਪਾਂ ਆਪਣੇ ਮੇਨ ਟੌਪਿਕ 'ਤੇ ਆਉਂਦੇ ਹਾਂ ਮੌਲਿਕ ਅਧਿਕਾਰਾਂ ਦੇ ਉਦੇਸ਼ ਜਿਹੜਾ ਕਿ ਅੱਜ ਆਪਣਾ ਹੈ। ਉਮੀਦ ਹੈ ਤੁਸੀਂ ਉੱਪਰੋਂ ਹੁਣ ਜੋ ਕੁਛ ਵੀ ਮੌਲਿਕ ਅਧਿਕਾਰਾਂ ਦੇ ਪਾਠ ਵਿੱਚ ਹੈ ਉਹ ਤੁਹਾਡੇ ਦਿਮਾਗ ਵਿੱਚ ਮੁੜ ਕੇ ਚੱਲ ਚੁੱਕਿਆ ਹੋਵੇਗਾ ਅਤੇ ਹੁਣ ਤੁਹਾਨੂੰ ਉਮੀਦ ਕਰਦਾ ਹਾਂ ਕਿ ਉਦੇਸ਼ ਹੈ ਉਹ ਜਲਦੀ ਸਮਝ ਲੱਗ ਜਾਣਗੇ। ਕਿਉਂ ਮੌਲਿਕ ਅਧਿਕਾਰ ਜਿਹੜੇ ਸੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਸ਼ਾਮਲ ਕੀਤੇ, ਉਹਨਾਂ ਦੇ ਕੀ ਉਦੇਸ਼ ਸੀ ਉਹਨਾਂ ਦੇ ਜਿਨ੍ਹਾਂ ਕਰਕੇ, ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਕਰਦੇ ਹਾਂ ਨਾ। ਜਿਵੇਂ ਆਪਾਂ ਸਕੂਲ 'ਚ ਆਉਂਦੇ ਹਾਂ, ਪੜ੍ਹਦੇ ਹਾਂ, ਕਿਉਂ ਆਉਂਦੇ ਹਾਂ? ਸਾਡਾ ਇੱਕ ਉਦੇਸ਼ ਹੁੰਦਾ ਹੈ ਕਿ ਅਸੀਂ ਸਕੂਲ ਜਾਵਾਂਗੇ, ਜਾ ਕੇ ਅਸੀਂ
पढ़ाई करांगे, पढ़ाई करके डिग्री लवांगे, चंगे नागरिक बनांगे, चंगे सूझवान नागरिक बनांगे, साडे विच नैतिकता का विकास होएगा अते असीं अपना कोई किੱਤਾ करन दे योग हो जावांगे। इस तरह ही मौलिक अधिकार जिहड़े सी इन्हां दे कुछ उद्देशां नूं मुੱਖ रख के संविधान के निर्मातावां ने इन्हां नूं संविधान दे विच दर्ज किया। उन्हां विचों बच्चों एक है कि वह नागरिकों की शख्सियत के विकास लिए जरूरी हालात प्रदान करना चाहते सी और चाहते सीगे कि व्यक्ति अते व्यक्तित्व के विकास के लिए उन्होंने पता सी कि अजिहा वातावरण मिलना चाहिए है, जिहियां सहूलतां ते हालात जिहड़े आ किसी व्यक्ति को मिलने चाहिए ने ताकि उसकी परसनैलिटी ज़्यादा डिवैलप हो सके, उस विच आत्म विश्वास आवे। क्योंकि जे साडे विच आत्म विश्वास नहीं होएगा बच्चिओ तो असी ना तो चंगे नागरिक बन सकते हैं, ना ही असी किसी काम नूं जिहड़ा अपने आत्म विश्वास के नाल कर सकते हैं। इस करके सरकार चाहती सी कि इदां दा वातावरण साडे मेरे देश के नागरिकों नूं मिले जिस नाल उन्हां विच आत्म विश्वास पैदा होवे ते उन्हां दी एक अलग ही बड़ी शानदार परसनैलिटी उन्हां दी उभरे। इस करके मौलिक अधिकार ਜਿਹੜੇ ਨਾਗਰਿਕਾਂ ਨੂੰ ਉਹ ਸਹੂਲਤਾਂ ਪ੍ਰਦਾਨ ਕਰਦੇ ਨੇ, ਉਹ ਵਾਤਾਵਰਣ ਦਿੰਦੇ ਨੇ ਜਿਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਅਤੇ ਉਹਨਾਂ ਦੀ ਪਰਸਨੈਲਿਟੀ ਨਿਖਰ ਸਕੇ। ਉਸ ਤੋਂ ਬਾਅਦ ਬੱਚਿਓ ਇਹ ਜਿਹੜੇ ਮੌਲਿਕ ਅਧਿਕਾਰ ਨੇ, ਦੂਸਰਾ ਪੁਆਇੰਟ ਹੈ ਇਹ ਸਰਕਾਰ ਦੀ ਨਿਰੰਕੁਸ਼ਤਾ 'ਤੇ ਰੋਕ ਲਗਾਉਂਦੇ ਨੇ। ਭਾਵ ਸਰਕਾਰ ਜੇ ਨਿਰੰਕੁਸ਼ ਹੋਵੇਗੀ ਤਾਂ ਉਹ ਜੋ ਵੀ ਚਾਹੇਗੀ ਆਪਣੀ ਮਰਜ਼ੀ ਦੇ ਮੁਤਾਬਕ ਕਰੇਗੀ, ਉਸ ਨੂੰ कोई रोक नहीं सकेगा। पर जिहड़े मौलिक अधिकार ने ये केंद्र सरकार अते राज्य सरकार जिहड़े है उन्हां नूं अपनी मर्जी मुताबक जिहड़े है काम करन तो रोकदे ने। ये नहीं है जे केंद्र सरकार है या राज्य सरकार जिस पार्टी की किसी भी पार्टी की सरकार होवे भी वो जो भी चाहे वो कर सकती है, नहीं, इदां नहीं हुंदा बच्चों। कोई सरकार अपनी मन मर्जी नहीं कर सकती, उसनूं कानून के मुताबिक ही चलना पैंदा है अते जे कोई सरकार इस तरह करती है तो उसनूं जिहड़े मौलिक अधिकार है, जे साडे कोई मौलिक अधिकार जिहड़े समानता सुतंत्रता के अधिकार घट धर्म के आधार पर जिहड़े सानूं अधिकार मिले हुए है उन्हां दे खिलाफ कोई कानून बनाउंदी है तो आपां अदालतां दे विच जाके उन्हां नूं रद्द करवा सकते हैं अते सरकार नूं निरंकुश बन तो रोक सकते हैं। इस तो अगे बच्चिओ समाजिक समानता स्थापित करते हैं। ये जिहड़े मौलिक अधिकार ने ये साडे विच समाजिक समानता स्थापित करते हैं। भाव साडा जिहड़ा मौलिक अधिकारां दा एक बहुत वड्डा उद्देश है कि समाजिक समानता रहे। समानता तो सुतंत्रता तो पहला जिहड़ा है अंग्रेज़ों ने भारत में फुट पाओ ते राज करो की नीति के चलते हुए जात पात धर्म के आधार पर सानू वंडिया ते जिस कारण तो धर्म के आधार पर जाते हुए फुट पाने के लिए साडे पाकिस्तान नूं भी बना के चले गए, जिस करो भारत की वंड हुई अते उस तो जो भारत अपना आज़ाद हो गया तो भारतीय सरकार ने मौलिक अधिकार जिहड़े सी सारे देश के नागरिकों नूं बिना किसी भेदभाव तो कोई धर्म जात रिंग आदि देखते हुए लिंग आदि देखते हुए तो सारे नूं ये दिते। भाव सरकार किसी तरह का कोई भी भेदभाव नहीं करती, वो घट गिणती के हितों की रक्षा करते हैं। अगला पॉइंट अपना पहले पढ़िया भारत में बहुत सारिया जातियां धर्मां के लोग रहिंदे ने। कुदरती गल है कि जिहड़े बहु गिणती वर्ग है वो घट गिणतियां नूं अपने प्रभाव विच लैण लई अपने दबाव विच रखण दी कोशिश करता है। इस कारण घट गिणतियां विच असंतोष की भावना पैदा हो सकती है, जिहड़ी कि साडे देश की एकता ते अखंडता लई खतरनाक साबित हो सकती है। इस चीज़ नूं देखते हुए साडी सरकार ने जिहड़े सी संविधान बनाउण वाले सी उन्होंने घट गिणती वर्ग के हितों की रक्षा लई कुछ जरूरी जिहड़े है कदम चुके ते इस दे लई उन्होंने मौलिक अधिकारां नूं अपनाया। इस कारण ही घट गिणती लई धर्म की सुतंत्रता का अधिकार, सभ्याचारक ते सिक्ख्या संबंधी अधिकार जिहड़े सी उन्होंने सुरक्षित कीते ने। अगे बच्चों पॉइंट अपना आ गया लोकतंत्र की सफलता लिए जरूरी। तुहानूं पता ही है कि भारत एक लोकतंत्री देश है तो लोकतंत्र के लिए समानता सुतंत्रता भाईचारा ये लोकतंत्र की नींह है। जे साडे देश दे विच समानता नहीं होएगी, स्वतंत्रता नहीं होएगी तो साडा लोकतंत्र
ਜਿਹੜਾ ਫੇਲ ਹੋ ਜਾਏਗਾ, ਆਪਣੀ ਜਿਸ ਪੂਰੀ ਬੁਲੰਦੀ 'ਤੇ ਨਹੀਂ ਪਹੁੰਚ ਸਕੇਗਾ। ਇਸ ਲਈ ਜਿਹੜਾ ਮੌਲਿਕ ਅਧਿਕਾਰ, ਪਹਿਲਾ ਮੌਲਿਕ ਅਧਿਕਾਰ ਜਿਹੜਾ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦਾ, ਦੂਜਾ ਮੌਲਿਕ ਅਧਿਕਾਰ ਸਾਨੂੰ ਸੁਤੰਤਰਤਾ ਦਿੰਦਾ ਹੈ। ਜਿਵੇਂ ਬਾਲਗ ਵੋਟ ਅਧਿਕਾਰ ਦਿੱਤਾ ਗਿਆ ਸਾਨੂੰ, ਬਾਲਗ ਜਿਹੜੇ 18 ਸਾਲ ਦਾ ਹੋ ਜਾਂਦਾ ਉਹਨੂੰ ਬਾਲਗ ਸਮਝਿਆ ਜਾਂਦਾ ਹੈ। ਉਹਦੇ ਲਈ ਜਾਤੀ, ਧਰਮ, ਰਿੰਗ ਦੇ ਆਧਾਰ 'ਤੇ ਬਿਨਾਂ ਕੋਈ ਭੇਦਭਾਵ ਕੀਤਿਆਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ ਅਤੇ ਇਹ ਸਾਡਾ ਲੋਕਤੰਤਰ ਦਾ ਨੀਂਹ ਪੱਥਰ ਹੈ। ਉਸ ਤੋਂ ਅੱਗੇ ਉਹ ਕਾਨੂੰਨ ਦਾ ਸ਼ਾਸਨ ਸਥਾਪਿਤ ਕਰਦੇ ਨੇ। ਮੌਲਿਕ ਅਧਿਕਾਰ ਦੇਸ਼ ਵਿੱਚ ਕਾਨੂੰਨ ਦੀ ਸਥਾਪਨਾ ਕਰਦੇ ਨੇ। ਆਪਾਂ ਪਹਿਲੇ ਪੜ੍ਹਿਆ ਕਿ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਨੇ। ਕਾਨੂੰਨ ਸਾਰਿਆਂ ਨੂੰ ਬਰਾਬਰ ਸੁਰੱਖਿਆ ਦਿੰਦਾ ਹੈ। ਜੋ ਵਿਅਕਤੀ ਕਾਨੂੰਨ ਤੋੜਦਾ ਹੈ, ਕਾਨੂੰਨ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਕਾਨੂੰਨ ਜਿਹੜਾ ਜਾਤ, ਧਰਮ, ਲਿੰਗ, ਖੇਤਰ ਦੇ ਆਧਾਰ 'ਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦਾ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਹੀ ਵਿਅਕਤੀ ਬਰਾਬਰ ਨੇ। ਇਸ ਤਰ੍ਹਾਂ ਜਿਹੜਾ ਹੈ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਤੋਂ ਬਿਨਾਂ ਜੀਵਨ ਅਤੇ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਹੈ ਵੀ ਕਿਸੇ ਨੂੰ ਕੋਈ ਮਾਰ ਦੇਵੇ, ਨਹੀਂ, ਕੋਈ ਨਹੀਂ ਕਿਸੇ ਦੀ ਜਾਨ ਲੈ ਸਕਦਾ। ਜੇ ਕੋਈ ਜੁਰਮ ਕਰਦਾ ਤਾਂ ਉਹਨੂੰ ਸਜ਼ਾ ਦੇਣ ਦਾ, ਜਿਵੇਂ ਫਾਂਸੀ ਹੈ ਜਾਂ ਕੋਈ ਹੋਰ ਹੈ, ਇਹਨੂੰ ਅਧਿਕਾਰ ਹੈ, ਸਿਰਫ ਅਤੇ ਸਿਰਫ ਕਾਨੂੰਨ ਨੂੰ ਅਧਿਕਾਰ ਹੈ। ਹੋਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਇਸ ਤੋਂ ਬਾਅਦ ਬੱਚਿਓ ਆਪਾਂ ਮੌਲਿਕ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਡਿਸਕਸ ਕਰਦੇ ਹਾਂ। ਪਹਿਲਾ ਹੈ ਬੱਚਿਓ ਵਿਸਥਾਰਿਤ ਅਤੇ ਗੁੰਝਲਦਾਰ। ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਅਧਿਆਇ 3 ਵਿੱਚ 14 ਤੋਂ ਲੈ ਕੇ 32 ਵਿੱਚ ਕੀਤਾ ਗਿਆ। ਆਪਾਂ ਨੂੰ ਪਤਾ ਹੀ ਹੈ, ਬੜਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ, ਪਰ ਇਹਨਾਂ ਦੀ ਭਾਸ਼ਾ ਵੀ ਬੜੀ ਗੁੰਝਲਦਾਰ ਹੈ, ਜਿਸ ਕਾਰਨ ਕੀ ਹੋ ਰਿਹਾ, ਮੁਕੱਦਮੇਬਾਜ਼ੀ ਬਹੁਤ ਵੱਧ ਜਾਂਦੀ ਹੈ। ਜਿਵੇਂ ਕਿ ਆਪਾਂ ਪੜ੍ਹਿਆ ਹੈ ਕਿ ਜਿੰਨੀ ਗੁੰਝਲਦਾਰ ਭਾਸ਼ਾ ਹੋਵੇਗੀ, ਜਿੰਨਾ ਸੰਵਿਧਾਨ ਵੱਡਾ ਹੋਏਗਾ, ਭਾਸ਼ਾ ਗੁੰਝਲਦਾਰ ਹੋਏਗੀ। ਉਹ ਕਿਹਦਾ ਸਵਰਗ ਹੁੰਦਾ ਹੈ? ਵਕੀਲਾਂ ਦਾ ਸਵਰਗ ਹੁੰਦਾ ਹੈ। ਭਾਵ ਉੱਥੇ ਬੜੀਆਂ ਕੰਪਲੀਕੇਸ਼ਨਸ ਆ ਜਾਂਦੀਆਂ, ਗੁੰਝਲਾਂ ਪੈਦਾ ਹੋ ਜਾਂਦੀਆਂ, ਕੇਸ ਬਹੁਤ ਵੱਧ ਜਾਂਦੇ ਨੇ। ਇਸ ਤਰ੍ਹਾਂ ਸਾਡੇ ਜਿਹੜੇ ਮੌਲਿਕ ਅਧਿਕਾਰ ਆ ਬੜੇ ਵਿਸਥਾਰ ਨਾਲ ਨੇ ਅਤੇ ਗੁੰਝਲਦਾਰ ਨੇ। ਇਹ ਵੀ ਇੱਕ ਇਹਨਾਂ ਦੀ ਵਿਸ਼ੇਸ਼ਤਾ ਹੈ। ਦੂਸਰਾ ਹੈ ਅਧਿਕਾਰ ਨਿਆਂਯੋਗ ਨੇ। ਸਾਡੇ ਮੌਲਿਕ ਅਧਿਕਾਰ ਨਿਆਂਯੋਗ ਨੇ, ਠੀਕ ਹੈ। ਜੇ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਪਾਂ ਸਰਵ ਉੱਚ ਅਦਾਲਤ ਜਾਂ ਉੱਚ ਅਦਾਲਤ ਵਿੱਚ ਬੇਨਤੀ ਪੱਤਰ ਦੇ ਕੇ ਕੇਸ ਕਰਕੇ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਾਂ। ਜਿਵੇਂ ਤੁਹਾਨੂੰ ਪਹਿਲੇ ਮੈਂ ਦੱਸਿਆ ਸੀ ਕਿ ਧਾਰਾ 32 ਦੇ ਵਿੱਚ ਬੰਦੀ ਪ੍ਰਤੀਕਰਨ, ਪਰਮਾਦੇਸ਼, ਪ੍ਰਤੀਸ਼ੇਧ, ਉਤਪ੍ਰੇਖਣ, ਪ੍ਰੀਖਿਆ ਲੇਖ ਜਿਹੜੇ ਇਹ ਸਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੇ ਨੇ। ਇਸ ਤੋਂ ਅੱਗੇ ਬੱਚਿਓ ਆਪਣਾ ਆ ਗਿਆ ਸੰਸਦ ਦਾ ਮੌਲਿਕ ਅਧਿਕਾਰਾਂ 'ਤੇ ਕੰਟਰੋਲ। ਇਹ ਸਾਡੇ ਸੰਵਿਧਾਨ ਦੀ ਵੀ ਇੱਕ ਵਿਸ਼ੇਸ਼ਤਾ ਹੈ ਕਿ ਸੰਸਦ ਜਿਹੜੀ ਹੈ ਮੌਲਿਕ ਅਧਿਕਾਰਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਹੈ। ਜਿਵੇਂ ਘੋੜੇ ਨੂੰ ਆਪਣੇ ਕਾਬੂ ਵਿੱਚ ਰੱਖਣ ਦੇ ਲਈ ਲਗਾਮ ਹੁੰਦੀ ਹੈ, ਇਸ ਤਰ੍ਹਾਂ ਹੀ ਮੌਲਿਕ ਅਧਿਕਾਰਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਸੰਸਦ ਨੇ ਆਪਣੇ ਕੁਝ ਕਾਨੂੰਨ ਬਣਾਏ ਹੋਏ ਨੇ। ਸੰਸਦ ਦਾ ਅਧਿਕਾਰ ਹੈ ਕਿ ਕੋਈ ਵੀ ਸਦਨ, ਚਾਹੇ ਉਹ ਲੋਕ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ, ਸੋਧ ਦਾ ਮਤਾ ਪੇਸ਼ ਕਰ ਸਕਦਾ ਹੈ। ਜੇ 2/3 ਬਹੁਮਤ ਉਹਨਾਂ ਨੂੰ ਪ੍ਰਾਪਤ ਹੋ ਕੇ ਕਿ ਉਹ ਜਿਹੜਾ ਮਤਾ ਪਾਸ ਹੋ ਜਾਂਦਾ ਹੈ ਤਾਂ ਉਹ ਸੰਵਿਧਾਨ ਦਾ ਅੰਗ ਬਣ ਜਾਂਦਾ ਹੈ। 1967 ਦੇ ਵਿੱਚ ਸਟੇਟ ਵਰਸਿਸ ਗੋਕਲਨਾਥ ਦਾ ਇੱਕ ਮੁਕੱਦਮਾ ਚੱਲਿਆ ਸੀ। ਉਹਦੇ ਵਿੱਚ ਸੁਪਰੀਮ ਕੋਰਟ ਦੇ ਇੱਕ ਫੈਸਲਾ ਦਿੱਤਾ ਸੀ ਕਿ ਜਿਹੜੀ ਸੰਸਦ ਹੈ ਉਹ ਮੌਲਿਕ ਅਧਿਕਾਰਾਂ ਦੇ ਵਿੱਚ ਕੋਈ ਸੋਧ ਨਹੀਂ ਕਰ ਸਕਦੀ। ਪਰ ਇਹਦੇ ਨਾਲ ਇੱਕ ਸਮੱਸਿਆ ਪੈਦਾ ਹੋ ਗਈ ਸੀ ਕਿ ਮੌਲਿਕ ਅਧਿਕਾਰਾਂ ਦੇ ਵਿੱਚ ਸੋਧ ਕੀਤੇ ਬਿਨਾਂ ਸਾਡੀ ਕੋਈ ਵੀ ਆਰਥਿਕ ਤਬਦੀਲੀ ਜਿਹੜੀ ਸੰਭਵ ਨਹੀਂ ਸੀ, ਕਿਉਂਕਿ ਜਿਉਂ-ਜਿਉਂ ਹਾਲਾਤ ਬਦਲਦੇ ਨੇ, ਆਰਥਿਕ ਹਾਲਾਤ ਬਦਲਦੇ ਨੇ, ਉਸ ਤਰ੍ਹਾਂ ਕਾਨੂੰਨ ਵੀ ਥੋੜ੍ਹੇ ਬਦਲਣੇ ਪੈਂਦੇ ਨੇ। ਇਸ ਕਰਕੇ ਇਹ ਸਮੱਸਿਆ ਪੈਦਾ ਹੋ ਗਈ ਸੀ। ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਸਨੇ 24ਵੀਂ ਸੋਧ ਪਾਸ ਕਰਤੀ ਕਿ ਸੰਸਦ ਮੌਲਿਕ ਅਧਿਕਾਰਾਂ ਦੇ ਵਿੱਚ ਸੋਧ ਕਰ ਸਕਦੀ ਹੈ ਅਤੇ ਹੁਣ ਜਿਹੜੀ ਇਹ ਸੰਸਦ ਹੈ ਉਸ ਨੂੰ ਮੌਲਿਕ ਅਧਿਕਾਰਾਂ 'ਤੇ ਉਸਨੇ ਕੰਟਰੋਲ ਕਰ ਲਿਆ ਹੈ, ਭਾਵ ਮੌਲਿਕ ਅਧਿਕਾਰਾਂ 'ਤੇ ਸੋਧ ਕਰ ਸਕਦੀ ਹੈ। ਉਸ ਤੋਂ ਬੱਚੋਂ ਅੱਗੇ ਆ ਗਿਆ ਮੌਲਿਕ ਅਧਿਕਾਰਾਂ 'ਤੇ ਪਾਬੰਦੀਆਂ। ਮੌਲਿਕ ਅਧਿਕਾਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਸੀਮਤ ਨਹੀਂ ਹੈਗੇ, ਖੁੱਲ੍ਹੇ ਨਹੀਂ ਹੈ ਵੀ ਅਸੀਂ ਜੋ ਕੁਛ ਮਰਜ਼ੀ ਕਰੀ ਜਾਈਏ ਮੌਲਿਕ ਅਧਿਕਾਰਾਂ ਦੀ ਆੜ ਹੇਠ ਨਹੀਂ। ਇਹਨਾਂ 'ਤੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ, ਕੁਝ ਰੁਕਾਵਟਾਂ ਵੀ ਲਗਾਈਆਂ ਗਈਆਂ ਨੇ ਅਤੇ ਰਾਜ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ
ਇਹਨਾਂ ਦੇ ਪਾਬੰਦੀਆਂ ਦਾ ਜ਼ਰੂਰੀ ਹੈ। ਜਿਵੇਂ ਨਾਗਰਿਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਦਿੱਤੀ ਗਈ ਹੈ, ਉੱਥੇ ਇਹ ਵੀ ਪਾਬੰਦੀ ਲਗਾਈ ਗਈ ਹੈ ਕਿ ਉਹ ਕਿਸੇ ਜਨਤਕ ਵਿਵਸਥਾ, ਸ਼ਾਂਤੀ ਵਿਵਸਥਾ ਜਾਂ ਨੈਤਿਕ ਨਿਯਮਾਂ ਦੇ ਵਿਰੁੱਧ ਕੋਈ ਕੰਮ ਨਾ ਕਰੇ। ਜਿਵੇਂ ਸਾਨੂੰ ਬੋਲਣ ਦੀ ਸੁਤੰਤਰਤਾ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਸੜਕ 'ਤੇ ਖੜ੍ਹੇ ਹੋ ਕੇ ਗਾਲਾਂ ਕੱਢੀਏ, ਨਾ, ਇੱਦਾਂ ਨਹੀਂ ਕਰ ਸਕਦੇ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਉਹ ਕਾਨੂੰਨ ਜਿਹੜੀ ਸਾਨੂੰ ਸਜ਼ਾ ਦੇਵੇਗਾ। ਅੱਗੇ ਹੋ ਗਿਆ ਬੱਚੇ, ਸਿਰਫ ਵਰਣਿਤ ਅਧਿਕਾਰ ਕੁਦਰਤੀ ਅਧਿਕਾਰ ਸਵੀਕਾਰ ਨਹੀਂ। ਭਾਰਤ ਦੇ ਸੰਵਿਧਾਨ ਦੇ ਜਿਹੜੇ ਨਾਗਰਿਕ ਆ, ਭਾਰਤ ਦੇ ਨਾਗਰਿਕ ਆ, ਉਹਨਾਂ ਨੂੰ ਸੰਵਿਧਾਨ ਵਿੱਚ ਜਿਹੜੇ ਵਰਣਨ ਕੀਤੇ ਗਏ, ਸੰਵਿਧਾਨ ਦੇ ਵਿੱਚ ਜਿਹੜੇ ਵਰਣਨ ਕੀਤੇ ਹੋਏ ਆ, ਸਿਰਫ ਉਹੀ ਅਧਿਕਾਰ ਸਾਨੂੰ ਪ੍ਰਾਪਤ ਨੇ। ਇਹਨਾਂ ਤੋਂ ਇਲਾਵਾ ਹੋਰ ਕੋਈ ਅਧਿਕਾਰ ਸਾਨੂੰ ਪ੍ਰਾਪਤ ਨਹੀਂ ਹੈ। ਜਿਵੇਂ ਮੌਲਿਕ ਅਧਿਕਾਰ ਅਮਰੀਕਾ ਤੋਂ ਲਏ ਗਏ ਨੇ, ਪਰ ਅਮਰੀਕਾ ਦੇ ਲੋਕਾਂ ਨੂੰ ਮੌਲਿਕ ਅਧਿਕਾਰ ਜਿਹੜੇ ਸੰਵਿਧਾਨ ਵਿੱਚ ਲਿਖੇ ਗਏ ਨੇ ਉਹਦੇ ਨਾਲ ਨਾਲ ਕੁਝ ਕੁਦਰਤੀ ਅਧਿਕਾਰ ਵੀ ਪ੍ਰਾਪਤ ਨੇ, ਪਰ ਸਾਨੂੰ ਭਾਰਤ ਦੇ ਨਾਗਰਿਕਾਂ ਨੂੰ ਉਹ ਅਧਿਕਾਰ ਪ੍ਰਾਪਤ ਨਹੀਂ ਹਨ। ਅੱਗੇ ਬੱਚੇ ਆ ਗਿਆ, ਅਧਿਕਾਰ ਮੁਅੱਤਲ ਕੀਤੇ ਜਾ ਸਕਦੇ ਹਨ। ਅਨੁਛੇਦ 352, 356, 360 ਦੁਆਰਾ ਰਾਸ਼ਟਰਪਤੀ ਨੂੰ ਹੰਗਾਮੀ ਹਾਲਤ ਜੇ ਕੋਈ ਹੋ ਜਾਂਦੀ ਹੈ, ਦੇਸ਼ ਵਿੱਚ ਗੜਬੜ ਹੋ ਜਾਂਦੀ ਹੈ ਜਾਂ ਦੇਸ਼ 'ਤੇ ਹਮਲਾ ਹੋ ਜਾਂਦਾ ਆ, ਤਾਂ ਜਿਹੜਾ ਰਾਸ਼ਟਰਪਤੀ ਆ ਇਹਨਾਂ ਅਧਿਕਾਰਾਂ ਨੂੰ ਮੁਅੱਤਲ ਕਰ ਸਕਦਾ, ਭਾਵ ਕੁਝ ਸਮੇਂ ਲਈ ਸਸਪੈਂਡ ਕਰ ਸਕਦਾ ਹੈ। ਇਸ ਤੋਂ ਇਲਾਵਾ ਅਨੁਛੇਦ 32 ਵਿੱਚ ਜਿਹੜੇ ਅਧਿਕਾਰ ਮਿਲੇ ਹੋਏ ਨੇ, ਤਾਂ ਆਪਾਂ ਅਦਾਲਤ ਦੀ ਸ਼ਰਨ ਜਾ ਸਕਦੇ ਹਾਂ, ਉਹ ਵੀ ਇਹਦੇ ਵਿੱਚ ਸਸਪੈਂਡ ਹੋ ਜਾਂਦਾ ਹੈ। ਪਰ ਨਾਗਰਿਕਾਂ ਦੇ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਸੰਕਟ ਕਾਲ ਦੇ ਵਿੱਚ ਵੀ ਆਪਾਂ ਅਦਾਲਤ ਦੀ ਸ਼ਰਨ ਲੈ ਸਕਦੇ ਹਾਂ। ਅੱਗੇ ਆ ਗਿਆ ਬੱਚਿਓ, ਸਰਕਾਰਾਂ ਅਤੇ ਸਰਕਾਰੀ ਸੰਸਥਾਵਾਂ 'ਤੇ ਪਾਬੰਦੀਆਂ। ਇਹ ਵੀ ਬੜਾ ਇੰਪੋਰਟੈਂਟ ਪੁਆਇੰਟ ਹੈ। ਮੌਲਿਕ ਅਧਿਕਾਰਾਂ ਦੇ ਵਿੱਚ ਜਿਹੜਾ ਹੈ ਇਹਨਾਂ ਉਪਬੰਧਾਂ ਦਾ ਵੀ ਵਰਣਨ ਕੀਤਾ ਹੈ ਕਿ ਰਾਜ ਦੀ ਸ਼ਕਤੀ 'ਤੇ ਰੋਕ ਲਗਾਉਂਦੇ ਨੇ। ਜਿਵੇਂ ਧਾਰਾ 18 ਜਿਹੜੀ ਹੈ ਉਹ ਰਾਜ ਦੀ ਸ਼ਕਤੀ 'ਤੇ ਰੋਕ ਲਗਾਉਂਦੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਉਪਾਧੀ ਨਹੀਂ ਦੇ ਸਕਦੀ। ਇਸੇ ਤਰ੍ਹਾਂ ਹੀ ਜਿਹੜੀਆਂ ਕਈ ਸੰਸਥਾਵਾਂ ਨੇ ਜਿਹੜੀਆਂ ਆਪਣੇ ਕਾਨੂੰਨ ਬਣਾ ਸਕਦੀਆਂ ਨੇ, ਜਿਵੇਂ ਜ਼ਿਲ੍ਹਾ ਬੋਰਡ ਹੈ, ਮਿਊਨਿਸਪਲ ਕਮੇਟੀ ਹੈ, ਪੇਂਡੂ ਪੰਚਾਇਤਾਂ ਆ, ਉਹਨਾਂ 'ਤੇ ਵੀ ਇਹ ਪਾਬੰਦੀ ਲਗਾਉਂਦੀ ਹੈ ਕਿ ਉਹ ਵੀ ਜਿਹੜੇ ਹੈ ਮੌਲਿਕ ਅਧਿਕਾਰਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਬਣਾ ਸਕਦੇ। ਉਸ ਤੋਂ ਬਾਅਦ ਬੱਚਿਓ ਆ ਗਿਆ, ਨਾਗਰਿਕਾਂ ਅਤੇ ਵਿਦੇਸ਼ੀਆਂ ਵਿੱਚ ਅੰਤਰ ਕਰਨਾ। ਬੱਚਿਓ, ਹਰ ਦੇਸ਼ ਦੇ ਵਿੱਚ ਉਸ ਦੇਸ਼ ਦੇ ਨਾਗਰਿਕ ਅਤੇ ਉਸ ਦੇਸ਼ ਦੇ ਜਿਹੜੇ ਵਿਦੇਸ਼ੀ ਆਏ ਹੁੰਦੇ ਆ ਉਹਨਾਂ ਵਿੱਚ ਅੰਤਰ ਕੀਤਾ ਜਾਂਦਾ ਆ। ਕੁਝ ਅਧਿਕਾਰ ਸਿਰਫ ਜਿਹੜੇ ਹੈ ਨਾਗਰਿਕਾਂ ਨੂੰ ਪ੍ਰਾਪਤ ਹੁੰਦੇ ਨੇ, ਜਿਵੇਂ ਕਾਨੂੰਨ ਦੇ ਸਾਹਮਣੇ ਬਰਾਬਰੀ, ਧਾਰਮਿਕ ਸੁਤੰਤਰਤਾ ਅਧਿਕਾਰ ਹਰ ਇੱਕ ਨੂੰ ਪ੍ਰਦਾਨ ਕੀਤੇ ਗਏ ਨੇ, ਭਾਵੇਂ ਉਹ ਦੇਸ਼ ਦਾ ਨਿਵਾਸੀ ਹੋਵੇ ਚਾਹੇ ਉਹ ਵਿਦੇਸ਼ੀ ਹੋਵੇ। ਪਰ ਭਾਸ਼ਣ ਦੇਣ, ਇਕੱਠੇ ਹੋਣ, ਹੜਤਾਲ, ਧਰਨੇ, ਮੁਜ਼ਾਹਰੇ ਕਰਨ ਦੀ ਜਿਹੜੀ ਆਜ਼ਾਦੀ ਹੁੰਦੀ ਆ ਉਹ ਸਿਰਫ ਅਤੇ ਸਿਰਫ ਉਸ ਦੇਸ਼ ਦੇ ਨਾਗਰਿਕਾਂ ਨੂੰ ਹੀ ਦਿੱਤੀ ਜਾਂਦੀ ਹੈ, ਵਿਦੇਸ਼ੀਆਂ ਨੂੰ ਇਹਦਾ ਵਾਂਝੇ ਰੱਖਿਆ ਗਿਆ ਹੈ। ਉਸ ਤੋਂ ਬਾਅਦ ਸਧਾਰਨ ਵਿਅਕਤੀ ਅਤੇ ਸੰਸਥਾਵਾਂ 'ਤੇ ਪ੍ਰਭਾਵ ਪੈਣਾ। ਸਧਾਰਨ ਵਿਅਕਤੀ ਜਿਹੜਾ ਹੈ ਇਹ ਵੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਦਾ ਪ੍ਰਭਾਵ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਗੈਰ ਸਰਕਾਰੀ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਵੀ ਪੈਂਦਾ ਹੈ। ਜਿਵੇਂ ਛੂਤ ਛਾਤ ਨੂੰ ਗੈਰ ਸੰਵਿਧਾਨਕ ਘੋਸ਼ਿਤ ਕੀਤਾ ਗਿਆ। ਜੇ ਕੋਈ ਗੈਰ ਸਰਕਾਰੀ ਵਿਅਕਤੀ ਜਾਂ ਸੰਸਥਾ ਛੂਤ ਛਾਤ ਦਾ ਬਾਰੇ ਕੋਈ ਨਿਯਮ ਬਣਾਉਂਦੀ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਸਜ਼ਾ ਦੀ ਮਾਤਰਾ ਨਿਸ਼ਚਿਤ ਕਰਨ ਦਾ ਅਧਿਕਾਰ ਜਿਹੜਾ ਕੇਂਦਰ ਸਰਕਾਰ ਨੂੰ ਪ੍ਰਾਪਤ ਹੈ। ਅਖੀਰ ਵਿੱਚ ਬੇਟੇ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਮੌਲਿਕ ਅਧਿਕਾਰ ਹੋਣਾ। ਜਿਹੜਾ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਵੀ ਸੰਵਿਧਾਨ ਵਿੱਚ ਇੱਕ ਮੌਲਿਕ ਅਧਿਕਾਰ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ। ਇਸ ਤਰ੍ਹਾਂ ਮੌਲਿਕ ਅਧਿਕਾਰ ਜਿਹੜੇ ਆ ਉਹਨਾਂ ਨੂੰ ਸੁਰੱਖਿਅਤ ਕੀਤਾ ਗਿਆ ਆ ਅਤੇ ਸਰਵ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੀ ਇਹ ਡਿਊਟੀ ਲਗਵਾਈ ਗਈ ਹੈ, ਉਹਨਾਂ ਦਾ ਕਰਤੱਵ ਕੀਤਾ ਗਿਆ ਹੈ ਕਿ ਉਹ ਸਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ। ਉਮੀਦ ਆ ਬੱਚਿਓ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਇਹ ਸਮਝ ਵੀ ਲੱਗ ਗਿਆ ਹੋਵੇਗਾ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਆਪਣੀਆਂ ਕਾਪੀਆਂ ਵਿੱਚ ਨੋਟ ਕਰ ਲਓਗੇ ਅਤੇ ਇਹ ਤੁਹਾਨੂੰ ਅੱਗੇ ਕੰਮ ਆਵੇਗਾ। ਧੰਨਵਾਦ।